ਪੰਜ ਸਥੂਲ ਤੱਤ, ਪੰਜ ਪ੍ਰਾਣ, ਪੰਜ ਆਪ ਪ੍ਰਾਣ ਤੇ ਇੱਕ ਮਨ, 21 ਹੋ ਗਏ ਨਾ। ਇਹ 21 ਗਜ ਰਲ ਕੇ ਪੂਰੀ 40 ਗਜਾਂ ਦੀ ਇੱਕ ਤਾਣੀ ਬਣੀ ਹੋਈ ਹੈ। ਪੁਰਾਣੇ ਸਮੇਂ ਦੇ ਵਿੱਚ ਜਦੋਂ ਬੀਬੀਆਂ ਤਾਣਾ ਬੁਣਦੀਆਂ ਜਾਂ ਖੱਡੀ ਵਾਲੇ ਲੋਕ, ਜਲਾਏ ਲੋਕ ਤਾਣਾ ਬੁਣਦੇ ਆ ਨਾ, ਉਹ 40 ਗਜ ਦੀ ਸਾਧ ਸੰਗਤ ਜੀਓ ਇੱਕ ਲੜੀ ਹੁੰਦੀ ਸੀ। 40 ਗਜ ਦਾ ਪੂਰਾ ਥਾਨ ਬਣ ਜਾਂਦਾ ਸੀ ਤਣ ਕੇ। ਸੋ ਇੱਥੇ ਕਬੀਰ ਸਾਹਿਬ ਨੇ ਕਿਹਾ ਗਜ ਨਵ 9 ਗੋਲਕਾਂ, ਗਜ 10, ਗਜ 10 ਸਾਧ ਸੰਗਤ, 10 ਇੰਦਰੀਆਂ, ਗਜ 21, ਇਹ 19 ਪਾ ਕੇ ਤਾਂ ਸਾਧ ਸੰਗਤ ਗਜ 10 ਗਜ ਨਵ। ਫਿਰ ਕੀ ਬਣ ਗਿਆ ਜੀ ਅੱਗੇ? ਪੰਜ ਕਰਮ ਇੰਦਰੇ, ਪੰਜ ਗਿਆਨ ਇੰਦਰੇ, ਪੰਜ ਪ੍ਰਾਣ ਇੰਦਰੇ, ਪੰਜ ਆਪ ਪ੍ਰਮਾਣ ਤੇ ਇੱਕ ਮਨ, ਇਹ 21 ਬਣ ਗਏ। 21 ਏਕ ਤਨਾਈ, ਏਕ ਤਨਾਈ ਭਾਵ 20 ਉਹ ਹੋ ਗਏ ਤੇ ਮਨ ਤੋਂ ਬਿਨਾਂ 40 ਇਹ ਹੋ ਗਏ। 40 ਗਜ ਦੀ ਇੱਕ ਪੂਰੀ ਸਾਧ ਸੰਗਤ ਜੀਓ ਇਹ ਤਾਣੀ ਬਣ ਗਈ, ਇੱਕ ਪਰਮਾਰਥਕ ਦੀ, ਰੱਬ ਵਾਲੇ ਪਾਸੇ ਦੀ। 60 ਸੂਤ ਨਵ ਖੰਡ 72 ਪਾਟ ਲੱਗੋ ਅਧਿਕਾਈ। ਸਰੀਰ ਅੰਦਰ ਜਿਹੜੀਆਂ 60 ਅਸਥੂਲ ਨਾੜੀਆਂ ਨੇ, ਇਹ ਸੂਤਰ ਹੈ ਕਿ ਸਭ ਤੋਂ ਵੱਡੇ ਨਵ 60 ਸੂਤ ਨਵ ਖੰਡ 72, 9 ਜੋੜ, 4 ਲੱਤਾਂ ਦੇ ਜੋੜ, 4 ਬਾਹਾਂ ਦੇ ਜੋੜ, ਇੱਕ ਗਿੱਚੀ ਗਰਦਨ ਦਾ ਜੋੜ। ਇਹ ਕਾਨੇ ਲੱਗੇ ਨੇ। ਜਦੋਂ ਬੀਬੀਆਂ ਸੂਤ ਤਣਦੀਆਂ ਨੇ ਨਾ, ਕਾਨੇ ਕੱਢਦੀਆਂ ਨੇ ਨਾ, ਤੇ ਕਹਿੰਦੇ ਨੇ ਕਿ ਨਵ ਖੰਡ 72 ਸਾਧ ਸੰਗਤ ਜੀ, ਔਰ ਕਹਿੰਦੇ ਨੇ ਕਾਨੇ 40 ਸਿਰਾ, 4 ਸਨਾਜੂ, 4 ਧਮਨੀਆਂ, 4 ਰਜੂ। ਇਹ 72 ਜਿਹੜੀਆਂ ਮਨ ਦੀਆਂ ਕੋਠੀਆਂ ਹਨ, ਮਹਾਂਪੁਰਸ਼ ਦੱਸਦੇ ਨੇ, ਜੋਗੀ ਲੋਕ ਦੱਸਦੇ ਨੇ। ਅਧਿਕਤਾ ਕਰਕੇ ਪਾਟ ਲੱਗੋ ਅਧਿਕਾਈ, ਪੇਟਾ ਲੱਗਿਆ ਹੋਇਆ ਹੈ। ਗਈ ਬੁਨਾਵਨ ਮਾਹੋ, ਗਈ ਬੁਨਾਵਨ ਮਾਹੋ, ਕਹਿੰਦੇ ਨੇ ਪੁੰਨਾ ਇਹ ਜੀਵ ਤਾਣੀ ਗਜਾਂ ਕਰਕੇ ਨਹੀਂ ਮਿਣੀ ਹੋਈ। ਸਾਧ ਸੰਗਤ ਜੀਓ ਗਈ ਬੁਨਾਵਨ ਮਾਹੋ, ਕਿੱਥੇ ਗਈ ਇਹ ਬੁਨਾਵਨ ਮਾਹੋ? ਕਹਿੰਦੇ ਨੇ ਘਰ ਛੋੜਿਆ ਜਾਏ ਜੁਲਾਹੋ ਰਹਾਓ। ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਇਹ ਤਾਣੀ ਗਜਾਂ ਕਰਕੇ ਨਹੀਂ ਮਿਣੀ ਹੋਈ ਹੈ, ਇਹ ਨਾ ਹੀ ਤੋਲ ਕਰਕੇ ਤੁਲੀ ਹੋਵੇਗੀ। ਤਾਂ ਸੁੱਧ ਬੁੱਧ ਨੇ ਆਖਿਆ ਕੀ ਹੈ? ਗਜੀ ਨ ਮਿਨੀਐ ਤੋਲ ਨ ਤੁਲੀਐ ਪਾਚਨ ਸੇਰ ਅਢਾਈ। ਕਹਿੰਦੇ ਜਿਹੜੀ ਇਹ ਰੱਬ ਦੀ ਬਣਾਈ ਹੋਈ ਹੈ ਨਾ ਤਾਣੀ, ਤੇਰੇ ਸਰੀਰ ਦੀ, ਤੇਰੇ ਜੀਵਨ ਦੀ, ਇਹ ਗਜਾਂ ਕਰਕੇ ਨਹੀਂ ਮਿਣੀ ਜਾਂਦੀ। ਭਾਵ ਉਹ ਪਰਮਾਤਮਾ ਦੀ ਤਾਂ ਮਿਣੀ ਹੋਈ ਹੈ, ਪਰ ਸਾਧ ਸੰਗ ਮਿਣੀ ਨਹੀਂ ਜਾਂਦੀ। ਤੋਲ ਕਰਕੇ ਤੋਲੀ ਨਹੀਂ ਜਾਂਦੀ, ਕਿਉਂਕਿ ਪਹਿਲੀ ਤੁਲੀ ਹੋਈ ਹੈ। ਗਜਾਂ ਕਰਕੇ 40 ਗਜ ਹੈ, ਤੋਲ ਕਰਕੇ 3.5 ਮਣ ਦੀ ਹੈ, 3.5 ਮਣ ਦੇ ਹੋਰੀ ਚੱਲੈ ਪਾਣੀ ਹਨ। ਗਜਾਂ ਕਰਕੇ ਮਿਣੀ ਹੋਈ ਆਪੋ ਆਪਣੇ 3.5 ਹੱਥ ਦੀ ਦੇਹੀ ਹੈ ਹਰ ਇਨਸਾਨ ਦੀ। ਤੋਲੀ ਹੋਈ ਹੈ ਅਸਤ ਅਸਤ ਦੁੱਖ ਰੂਪ ਇਤਨੀ ਲੰਮੀ ਤਾਣੀ ਪਮੈਸ਼ ਹੈ। ਸੋ ਇਸ ਕਰਕੇ ਇਹ ਜੀਵ ਕਹਿੰਦੇ ਤੈਨੂੰ ਰੋਜ਼ ਦੀ 2.5 ਸੇਰ ਕੱਚੀ ਪਾਚਨ ਪਾਣ ਖੁਰਾਕ ਮਿਲਦੀ ਹੈ। ਕਿਸੇ ਨੂੰ ਕਿੰਨੀ ਮਿਲਦੀ ਹੈ? 3 ਸੇਰ ਕਾ ਦਿਹਾੜੀ ਮਹਿਮਾਨ ਅਵਰ ਬਸਤ ਤੁਝ ਪਾਹੇ ਅਪਾਨ। ਸੋ ਸਤਿਗੁਰੂ ਕਹਿੰਦੇ ਨੇ ਜੋ ਕਰ ਪਾਚਨ ਵੇਗ ਨਾ ਪਾਵੇ, ਜੇ ਤੂੰ ਆਪਣੀ ਪਾਚਨ ਖੁਰਾਕ ਵੇਗ ਜਲਦੀ ਨਾ ਪਾਵੇ, ਝਗਰ ਰਹਿ ਕਰੇ ਕਰਹਾਈ। ਜੇ ਕਿਸੇ ਬੰਦੇ ਨੂੰ ਥੋੜਾ ਚਿਰ ਰੋਟੀ ਨਾ ਮਿਲੇ, ਰਸਤ ਵਸਤ ਨਾ ਮਿਲੇ, ਕੋਈ ਕੰਮ ਨਾ ਮਿਲੇ, ਕਿਵੇਂ ਧਰਨੇ ਲੱਗਦੇ ਆ ਤੇ ਸਾਧ ਸੰਗਤ ਜੀਓ ਪ੍ਰੋਟੈਸਟ ਹੁੰਦੇ ਆ ਜਾਂ ਝਗੜਾ ਕਰਕੇ, ਇਹ ਸਫਲ ਨਹੀਂ ਹੁੰਦੀ। ਕਿਉਂਕਿ ਜੀਵ ਨੇ ਆਖਿਆ ਅੱਛਾ ਮੈਂ ਤਾਂ ਠਹਿਰ ਕੇ ਸਫਲ ਹੀ ਕਰ ਦਿਆਂਗਾ, ਪਰ ਫਿਰ ਬੁੱਧੀ ਕੀ ਕਹਿੰਦੀ ਹੈ? ਦਿਨ ਕੀ ਬੈਠ ਖਸਮ ਕੀ ਬਰਕਸ ਇਹ ਬੇਲਾ ਕਤ ਆਈ। ਕਹਿੰਦੇ ਨੇ ਜਦ ਤੇਰੀ ਆਜੂ, ਇਹ ਸਰੀਰ ਨੂੰ ਜੀਵ ਨੂੰ ਕਹਿੰਦੀ ਹੈ ਬੁੱਧੀ, ਜਦ ਤੇਰੀ ਆਜੂ ਦਿਨਾਂ ਦੀ ਬੈਠੀ ਸਮਾਪਤੀ ਹੋਈ ਹੈ ਤੇ ਖਸਮ ਪਰਮਾਤਮਾ ਨੇ ਤੇਰੇ ਵਰ ਉੱਪਰ ਕਰ, ਕਹਿੰਦੇ ਝਗਰ ਕਰੈ ਕਰਹਾਈ। ਦਿਨ ਕਰ ਬੈਠ ਖਸਮ ਕੀ ਬਰਕਸ,
ਖਸਮ ਬਰ ਕਸ ਬਰ ਉਪਰ ਕਸ ਤਾੜ ਨਾ ਕੀਤੀ ਤੇਰੇ ਉੱਤੇ। ਮਨੁੱਖਾ ਦੇਹ ਦੀ ਪ੍ਰਾਪਤੀ ਦਾ ਵੇਲਾ ਸੀ, ਫਿਰ ਨਾਮ ਜਪਣ ਦਾ ਸਮਾਂ ਕਦੋਂ ਆਊਗਾ? ਇਹ ਵੇਲਾ ਕਤ ਆਈ, ਜਦੋਂ ਹੁਣ ਨਹੀਂ ਤੂੰ ਜਪਦਾ ਤੇ ਫੇਰ ਕਦੋਂ ਜਪੇਗਾ? ਕੋਈ ਹੁਣ ਨਹੀਂ ਚੰਗਾ ਕੰਮ ਹੋਇਆ ਤੇਰੇ ਕੋਲੋਂ। ਛੂਟੇ ਕੁੰਡੇ ਭੀਗੇ ਪੁਰੀਆ ਚਲਿਓ ਜੁਲਾਹੋ ਰਿਸਾਈ। ਜਿਨ੍ਹਾਂ ਪਦਾਰਥਾਂ ਦੀ ਮਸਤੀ ਕਰਕੇ ਤੂੰ ਹੰਕਾਰ ਕਰਦਾ ਸੀ ਨਾ, ਉਹ ਕੁੰਡੇ ਪਦਾਰਥ ਅੰਤ ਦੇ ਸਮੇਂ ਤੇਰੇ ਕੋਲੋਂ ਛੁੱਟ ਜਾਣਗੇ। ਜਿਹੜੀ ਜ਼ਮੀਨ ਦੀ ਪਕੜ, ਪੈਸੇ ਦੀ ਪਕੜ, ਮਸ਼ੀਨਰੀ ਦੀ ਪਕੜ, ਫੈਕਟਰੀਆਂ ਦੀ, ਵੱਡੇ ਵੱਡੇ ਪ੍ਰੋਜੈਕਟਾਂ ਦੀ ਪਕੜ ਜਿਹੜੀ ਕਰੀ ਜਾਣਾ, ਜਿੱਦੇ ਲੈ ਗਏ ਨਾ ਚੱਕ ਕੇ, ਜਾਂ ਤਾਂ DMC 'ਚ ਜਾ ਕੇ ਤੇ ਲੈ ਗਏ, ਮੈਕਸ ਵਰਗੇ ਹਸਪੀਟਲ ਦੇ ਵਿੱਚ, PGI 'ਚ ਲੈ ਗਏ, ਸਾਰਾ ਕੁਝ ਤੇਰੇ ਹੱਥੋਂ ਨਿਕਲ ਜਾਏਗਾ। ਕਿਉਂਕਿ ਸਤਿਗੁਰੂ ਚੱਲਿਓ ਜੁਲਾਹੋ ਰੀ ਸਾਈ। ਸਤਿਗੁਰੂ ਕਹਿੰਦੇ ਸੌਕਾਤਰ ਸੋਗ ਵਿੱਚ ਚਲਿਆ ਗਿਆ, ਪਛਤਾਵੇ ਵਿੱਚ ਚਲਿਆ ਗਿਆ ਵੀ ਮੇਰੇ ਹੱਥ ਕੁਛ ਨਹੀਂ ਪਿਆ। ਸਾਰੀ ਰਾਤ, ਸਾਰਾ ਦਿਨ ਔਰ ਸਾਰੀ ਜ਼ਿੰਦਗੀ ਜਿਹੜੀ ਚੀਜ਼ ਦੀਆਂ ਮੈਂ ਠੱਗੀਆਂ ਮਾਰ ਕੇ ਇਕੱਠਾ ਕਰਦਾ ਸੀ, ਉਹ ਤਾਂ ਇੱਥੇ ਹੀ ਛੱਡ ਗਿਆ। ਸੋਛੀ ਨਲੀ ਤੰਤ ਨਹੀਂ ਨਿਕਸੈ ਨਕਰ ਰਹੀ ਉਰਜਾਈ। ਨਲੀ ਇੱਕ ਸਾਧ ਸੰਗਤ ਜੀ ਹੋ ਜਿਹਦੇ ਉੱਤੇ ਤਾਗੇ ਲਪੇਟੇ ਹੁੰਦੇ ਨਾ, ਇੱਕ ਨਾਲ ਵਿੱਚ ਪੈ ਕੇ, ਉਹ ਧਾਗਿਆਂ ਨੂੰ ਉਹ ਕੱਪੜੇ ਨੂੰ ਬੁਣਨ ਦਾ ਕੰਮ ਕਰਦੀ ਹੈ। ਇਹ ਕਹਿੰਦੇ ਨੇ ਜਿਹੜੀ ਜੇਬਾ ਰੂਪੀ ਨਲੀ ਛੋਸੀ ਖਾਲੀ ਹੋ ਗਈ ਸੀ ਨਾ, ਉਹ ਕਹਿੰਦੇ ਤੰਤ ਨਹੀਂ ਨਿਕਸੈ, ਹੁਣ ਇਹਦੇ ਵਿੱਚ ਤਾਕਤ ਨਹੀਂ ਰਹੀ, ਇਹ ਤੋਂ ਬੋਲਿਆ ਨਹੀਂ ਜਾਂਦਾ। ਨਾ ਤਰ ਰਹੀ ਉਰਜਾਈ, ਬਚਨਾ ਰੂਪੀ ਤੰਦ ਨਹੀਂ ਨਿਕਲਦੇ, ਤਦੋਂ ਇਹ ਸਾਹ ਰਾਗ ਰੂਪੀ ਨਲੀ ਖਾਲੀ ਹੋ ਗਈ ਹੈ। ਇਸ ਕਰਕੇ ਜੀਵ ਕੀ ਕਹਿੰਦਾ ਹੈ? ਛੋੜ ਪਸਾਰ ਈਹਾ ਰਹੋ ਬਪੁਰੀ ਕਹੋ ਕਬੀਰ ਸਮਝਾਈ। ਬੁੱਧੀ ਕਹਿੰਦੀ ਹੈ, ਸਾਧ ਸੰਗਤ ਜੀ ਬੁੱਧ ਕਹਿੰਦੀ ਹੈ ਇਹਨੂੰ, ਤੂੰ ਸਾਰੇ ਪਸਾਰੇ ਨੂੰ ਛੱਡ ਦੇ, ਤੂੰ ਮੇਰੇ ਵਿੱਚ ਟਿਕ ਜਾ। ਸਾਧ ਸੰਗਤ ਜੀ ਇਹਨੂੰ ਬਾਰ-ਬਾਰ ਪਰਮਾਤਮਾ ਕਹਿ ਰਿਹਾ ਹੈ ਬੁੱਧੀ ਨੂੰ, ਤੂੰ ਛੱਡ ਦੇ ਚਤਰਾਈਆਂ, ਇਹ ਮਨ ਚੰਚਲਾ ਚਤਰਾਈ। ਜਿਹੜੇ ਤੁਸੀਂ ਰੋਜ਼ ਬਾਣੀ ਸੁਣਦੇ ਹੋ ਨਾ, ਸੰਗਤ ਕਰਦੇ ਹੋ, ਇਹ ਇਸ ਲਈ ਸਾਧ ਸੰਗਤ ਬੁੱਧੀ ਖਾਲੀ ਰਹਿ ਗਈ। ਕਹਿੰਦੀ ਤੂੰ ਸਾਰੇ ਪਦਾਰਥ ਛੱਡ ਦੇ। ਇਹ ਬੁੱਧ ਨੂੰ ਨਾ ਜੀਵ ਆਤਮਾ ਸਮਝਾਉਂਦੀ ਹੈ, ਕਿਉਂਕਿ ਕਈ ਬੰਦੇ ਬੁੱਧ ਕਰਕੇ ਬਾਹਲੇ ਸਿਆਣੇ ਬਣਦੇ ਆਪਦੇ ਆਪ ਨੂੰ, ਪਰ ਉੱਥੇ ਬੁੱਧ ਕੰਮ ਨਹੀਂ ਖਾਂਦੀ। ਚੰਚਲ ਚਪਲ ਬੁੱਧ ਕਾ ਖੇਲ। ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਇਹ ਸਾਰਾ ਪਸਾਰਾ ਹੀ ਹੈ। ਕਬੀਰ ਸਾਹਿਬ ਬਾਰ-ਬਾਰ ਕਹਿ ਰਹੇ ਨੇ, ਬਾਰ-ਬਾਰ ਕਹਿ ਰਹੇ ਨੇ। ਇਸ ਰੀਤੀ ਕਰਕੇ ਵੱਡਾ ਜੀਵ ਹੋਣ ਦੇ ਸਬਬ ਕਰਕੇ ਬ੍ਰਹਮਾ ਨੂੰ ਜੁਲਾਹਾ ਸਿੱਧ ਕੀਤਾ ਹੈ। ਤੇ ਸਤਿਗੁਰੂ ਮਹਾਰਾਜ ਕਹਿੰਦੇ ਇਸ ਪ੍ਰਕਾਰ ਜਦੋਂ ਬੁੱਧੀ ਨੇ ਸਮਝਾਇਆ ਤਾਂ ਜੀਵ ਨੂੰ ਸਮਝ ਆਈ, ਤੇ ਦੇਹ ਰੂਪੀ ਤਾਣੀ ਨੂੰ ਸਫਲ ਕਰਨ ਵਾਸਤੇ ਤੂੰ ਵਾਹਿਗੁਰੂ ਦਾ ਨਾਮ ਜਪਿਆ ਕਰ, ਤਾਂ ਕਰਕੇ ਤੇਰਾ ਜਿਹੜਾ ਬੇੜਾ ਹੈ ਉਹਦੇ ਨਾਲ ਹੀ ਪਾਰ ਹੋਣਾ ਭਾਈ। ਨਹੀਂ ਤਾਂ ਫਿਰ ਤੈਨੂੰ ਪਤਾ ਹੀ ਹੈ ਤੇਰਾ ਹਾਲ ਕੀ ਹੋਣਾ। ਕਿਉਂਕਿ ਸਤਿਗੁਰੂ ਮਹਾਰਾਜ ਕਿਰਪਾਲੂ ਦਾਤਾ ਇਹਨੂੰ ਬਾਰ-ਬਾਰ ਬੜੀਆਂ ਉਦਾਹਰਨਾਂ ਦੇ ਕੇ ਨਾ ਸਮਝਾਉਂਦੇ ਹਨ। ਗੌੜੀ ਕਬੀਰ ਜੀ ਕਹਿੰਦੇ ਨੇ ਅੱਗੇ, ਏਕ ਜੋਤ ਏਕਾ ਮਿਲੀ ਕਿੰਬਾ ਹੋਏ ਮਹੋਏ। ਹਾਂ ਕਹਿੰਦੇ ਨੇ ਹੁਣ ਭੇਦਤਾ ਸ਼ਬਦ, ਇੱਕ ਜੋਤੀ ਪਰਮਾਤਮਾ ਦੇ ਨਾਲ ਮਨੁੱਖ ਦੀ ਜੋਤ ਮਿਲ ਗਈ, ਉਹ ਫਿਰ ਕਹਿੰਦੇ ਨੇ ਕਿੰਬਾ ਹੋਏ ਮਹੋਏ। ਕਿੰਬਾ ਕੀ ਮਹੋਏ ਮਤ ਹੋਏ, ਜਾਣੀ ਫਿਰ ਭਿੰਨ ਨਹੀਂ ਹੁੰਦੀ, ਵੱਖਰੀ ਨਹੀਂ ਹੁੰਦੀ। ਇਹ ਜੀਵ ਆਤਮਾ ਜਦੋਂ ਪਰਮੇਸ਼ਰ ਨਾਲ ਜੁੜ ਗਈ, ਵੱਖਰੀ ਤਾਂ ਹੈ ਹੀ ਨਹੀਂ। ਜਿਤ ਘਟ ਨਾਮ ਨਾ ਊਪਜੈ ਫੂਟ ਮਰੈ ਜਨ ਸੋਏ। ਕਹਿੰਦੇ ਜਿਹੜੇ ਹਿਰਦੇ ਦੇ ਵਿੱਚ ਪਰਮਾਤਮਾ ਦਾ ਨਾਮ ਨਹੀਂ ਹੈ, ਉਹਨੂੰ ਫਿੱਟ ਕੇ ਮਰ ਜਾਣਾ ਚਾਹੀਦਾ ਭਾਈ। ਮਹਾਰਾਜ ਕਹਿੰਦੇ ਦੁਖੀ ਹੋ ਕੇ ਮਰਦਾ ਹੈ ਉਹ। ਸਾਵਲ ਸੁੰਦਰ ਰਾਮਈਆ ਮੇਰਾ ਮਨ ਲਾਗਾ ਤੋਹੇ। ਹੇ ਸੁੰਦਰ ਸਾਵਲੇ ਰੰਗ ਵਾਲੇ ਪਰਮਾਤਮਾ ਵਾਹਿਗੁਰੂ, ਮੇਰਾ ਮਨ ਤੇਰੇ ਵਿੱਚ ਲੱਗਿਆ ਹੈ। ਬਸ ਇਸੇ ਤਰ੍ਹਾਂ ਜੋੜ ਕੇ ਰੱਖੀ। ਮੈਂ ਜਦੋਂ ਸੰਗਤ ਵਿੱਚ ਬੈਠਾ ਮੈਂ ਤੇਰੇ ਨਾਮ ਨੂੰ ਜਪਾਂ ਜੀ, ਕਵਾਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਸਾਰੇ ਬੋਲਿਆ ਕਰੋ ਵਾਹਿਗੁਰੂ। ਸਾਵਲ ਸੁੰਦਰ ਰਾਮਈਆ ਮੇਰਾ ਮਨ ਲਾਗਾ ਤੋਹੇ। ਹੇ ਸੁੰਦਰ ਸਾਵਲੇ ਰੰਗ ਵਾਲੇ ਪ੍ਰਮਾਤਮਾ, ਮੇਰਾ ਮਨ ਤੇਰੇ ਵਿੱਚ ਜੁੜ ਜਾਵੇ ਜੀ। ਰਹਾਉ ਵਿਸਰਾਮ ਦੇ ਕੇ ਕਹਿੰਦੇ ਨੇ, ਸਾਧ ਮਿਲੈ ਸਿੱਧ ਪਾਈਐ ਕਿ ਇਹੋ ਜੋਗ ਕੇ ਭੋਗ। ਜਿਨ੍ਹਾਂ ਸੰਤਾਂ ਦੇ, ਮਹਾਤਮਾ ਦੇ, ਸਾਧੂਆਂ ਦੇ ਮਿਲਣ ਨਾਲ
ਸਿੱਧ ਪਾਈ ਹੈ, ਮੁਕਤੀ ਪ੍ਰਾਪਤ ਹੋ ਜਾਂਦੀ ਹੈ ਨਾ। ਇਹਨਾਂ ਲੱਛਣਾਂ ਵਾਲੇ ਉਪਦੇਸ਼ਕ ਗੁਰੂ ਭਾਵੇਂ ਸਾਧੂ ਹੋਣ, ਭਾਵੇਂ ਗ੍ਰਸਤੀ ਹੋਣ, ਜੋਗੀ ਹੋਣ, ਭੋਗੀ ਹੋਣ, ਪਰ ਰੱਬ ਨਾਲ ਜੋੜਨ ਵਾਲੇ ਹੋਣ, ਉਸ ਪਰਮਾਤਮਾ ਦੇ ਨਾਲ ਮੇਰਾ ਮਨ ਜੁੜ ਜਾਵੇ ਜੀ। ਦੋਹ ਮਿਲ ਕਾਰਜ ਊਪਜੈ RAM ਨਾਮ ਸੰਜੋਗ। ਜਿਵੇਂ ਦੁਨੀਆਦਾਰੀ ਦਾ ਇਹ ਸੰਕੇਤ ਹੈ ਕਿ ਇੱਕ ਗ੍ਰਸਤੀ ਜੀਵਨ ਦੇ ਵਿੱਚ ਸੰਸਾਰ 'ਚ ਵਾਧੇ ਕਿਸ ਕਰਕੇ ਹੁੰਦੇ? ਕਹਿੰਦੇ ਪਤੀ ਪਤਨੀ ਦੇ ਇੱਕ ਮਿਲਾਪ ਤੋਂ ਸੰਤਾਨ ਪੈਦਾ ਹੁੰਦੀ, ਕਾਰਜ ਹੁੰਦਾ ਹੈ। ਇਸ ਪ੍ਰਕਾਰ ਗੁਰੂ ਤੇ ਸਿੱਖ ਆਪਸ ਵਿੱਚ ਦੋਨੋਂ ਮਿਲ ਜਾਣ, ਰਾਮ ਨਾਮ ਦਾ ਸੰਜੋਗ ਕਾਰਜ ਮਿਲਦਾ ਹੁੰਦਾ ਹੈ। ਲੋਕ ਜਾਣੈ ਇਹੋ ਗੀਤ ਹੈ, ਇਹ ਤੋ ਬ੍ਰਹਮ ਵਿਚਾਰ। ਲੋਕ ਜਾਣਦੇ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿੰਨੀ ਬਾਣੀ ਹੈ, ਜਿਹੜੇ ਰਾਗੀ ਸਿੰਘ ਕੋਈ ਪਰਮਾਤਮਾ ਨੂੰ ਕਿਸੇ ਤਰ੍ਹਾਂ ਗਾਉਂਦਾ, ਕੋਈ ਰਾਗਾਂ ਨਾਲ, ਕੋਈ ਵੇਦਾਂ ਨਾਲ, ਕੋਈ ਤੰਤੀ ਸਾਜ਼ਾਂ ਨਾਲ, ਕੋਈ ਹਾਰਮੋਨੀਅਮ ਨਾਲ, ਕੋਈ ਸਾਧ ਸੰਗਤ ਜੀਓ 5 ਪ੍ਰਕਾਰ ਦੇ ਸਾਜ਼ਾਂ ਵਿੱਚ ਕੋਈ ਕਿਵੇਂ ਗਾਉਂਦਾ ਹੈ। ਪਰ ਜਿਹੜੇ ਲੋਕ ਨੇ ਨਾ, ਉਹ ਲੋਕ ਇਹਨੂੰ ਕਹਿੰਦੇ ਐਵੇਂ ਗੀਤ ਗਾਈ ਜਾਂਦਾ ਹੈ। ਲੋਕ ਜਾਣਾ ਇਹੋ ਗੀਤ ਹੈ, ਇਹ ਤਾਂ ਬ੍ਰਹਮ ਵਿਚਾਰ, ਇਹ ਤਾਂ ਬ੍ਰਹਮ ਦੀ ਵਿਚਾਰ ਹੈ ਭਾਈ। ਕਥਾ ਕੀਰਤਨ ਨਾਮ ਸਿਮਰਨ ਸੇਵਾ, ਕਿਉਂਕਿ ਉਹ ਵੱਖਰੀ ਗੱਲ ਹੈ ਵੀ ਸਾਨੂੰ ਸੋਝੀ ਨਹੀਂ ਪੈਂਦੀ, ਗਿਆਨ ਨਹੀਂ ਹੁੰਦਾ ਉਸ ਦਾ, ਪਰ ਇਹ ਤਾਂ ਰੱਬੀ ਗੀਤ ਹਨ। ਨਾਨਕ ਭੌਜਲ ਪਾਰ ਪਰੈ, ਜੋ ਗਾਵੇ ਪ੍ਰਭ ਕੇ ਗੀਤ। ਇਹ ਕੇਵਲ ਬ੍ਰਹਮ ਦੀ ਵਿਚਾਰ ਹੈ ਜੀ, ਜਿਹੜੀ ਆਪਾਂ ਕਰ ਰਹੇ ਹਾਂ। ਜਿਉ ਕਾਸੀ ਉਪਦੇਸ਼ ਹੋਏ, ਮਾਨਸ ਮਰਤੀ ਵਾਰ। ਸ਼ਿਵਾਂ ਦੀ ਕਿਰਪਾ ਕਰਕੇ ਉਹ ਲੋਕ ਕਹਿੰਦੇ, ਜਿਵੇਂ ਕਾਸੀਪੁਰੀ ਵਿੱਚ ਮਰਨ ਵੇਲੇ ਮਨੁੱਖ ਨੂੰ ਤਾਰਕਾ ਮੰਤਰ ਦਾ ਉਪਦੇਸ਼ ਦਿੰਦਾ, ਉਸ ਮੰਤਰ ਬਾਬਤ ਲਿਖਿਆ ਕਿ ਸਿਵ ਲੋਕ ਵਿੱਚ ਪਹੁੰਚ ਜਾਂਦਾ। ਮਰਦੇ ਸਮੇਂ ਇੱਕ ਤਾਰਕਾ ਸ਼ਬਦ ਹੈ, ਉਹ ਸਾਧ ਸੰਗਤ ਤਾਰਕਾ ਮੰਤਰ ਮਰਨ ਵਾਲਾ ਜਾਂ ਤਾਂ ਆਪ ਕਰੇ ਤੇ ਨਹੀਂ ਉਹਦੇ ਕੋਲ ਕੋਈ ਬੈਠ ਕੇ ਕਰੇ, ਜਿਉ ਉਹਦੀ ਜਾਨ ਨਿਕਲਦੀ ਹੈ। ਉਹ ਕਹਿੰਦੇ ਨੇ ਵੀ ਇਹ ਸਿਵ ਲੋਕ ਵਿੱਚ ਪਹੁੰਚ ਜਾਂਦਾ ਹੈ। ਤੇ ਸਾਧ ਸੰਗਤ ਜੀਓ, ਇਹ ਹੁਣ ਕਬੀਰ ਸਾਹਿਬ ਇਹਦਾ ਨਿਰਣਾ ਕਰਦੇ ਨੇ, ਕਹਿੰਦੇ ਇਕੱਲੇ ਸ਼ਿਵਾਂ ਦੇ ਮੰਤਰ ਦੇ ਨਾਲ ਨਹੀਂ, ਕਿ ਜਾਂ ਕੋਈ ਜਿਹੜਾ ਕਾਸੀ ਵਿੱਚ ਹੀ ਜਪਦਾ ਉਹੀ ਪਾਰ ਹੋਊਗਾ, ਕਿ ਜਾਂ ਕੋਈ ਕਿਤੇ ਮੱਕੇ ਬੈਠਾ, ਕੋਈ ਨਨਕਾਣਾ ਸਾਹਿਬ ਬੈਠਾ, ਕੋਈ ਸਾਧ ਸੰਗ ਗੰਗਾ 'ਤੇ ਬੈਠਾ, ਕੋਈ ਮਤਲਬ ਨਹੀਂ ਰੱਬ ਦੇ ਨਾਲ ਇਹਨਾਂ ਦਾ। ਰੱਬ ਕਿਹਨੂੰ ਮਿਲਦਾ ਹੈ? ਸੁਣੋ ਧਿਆਨ ਨਾਲ। ਕੋਈ ਗਾਵੇ ਕੋ ਸੁਣੈ, ਹਰ ਨਾਮਾ ਚਿਤ ਲਾਏ। ਹਰੀ ਪਰਮਾਤਮਾ ਨੂੰ ਕੋਈ ਚਿੱਤ ਲਾ ਕੇ ਕੋਈ ਤਾਂ ਗਾਉਂਦਾ, ਕੋਈ ਸੁਣਦਾ। ਕੋਈ ਗਾਵੇ ਕੋ ਸੁਣੈ, ਹਰ ਨਾਮਾ ਚਿਤ ਲਾਏ। ਹਰੀ ਪਰਮਾਤਮਾ ਨੂੰ ਚਿੱਤ ਲਾ ਕੇ ਕੰਨਾਂ ਦੁਆਰਾ ਕੋਈ ਸੁਣਦਾ ਹੈ। ਕਹੋ ਕਬੀਰ ਸੰਸਾ ਨਹੀਂ, ਅੰਤ ਪਰਮ ਗਤ ਪਾਏ। ਕਹਿੰਦੇ ਇਸ ਗੱਲ ਵਿੱਚ ਕੋਈ ਸ਼ੱਕ ਨਹੀਂ, ਕੋਈ ਸੰਸਾ ਨਹੀਂ। ਅੰਤ ਦੇ ਸਮੇਂ ਦੇ ਵਿੱਚ ਸਾਧ ਸੰਗਤ ਜੀ ਪਰਮ ਗਤੀ ਨੂੰ, ਭਾਵ ਕੇਵਲ ਮੁਕਤੀ ਨੂੰ ਪ੍ਰਾਪਤ ਕਰ ਲੈਂਦਾ ਹੈ। ਗੌੜੀ ਰਾਗ ਦੇ ਵਿੱਚ ਕਬੀਰ ਸਾਹਿਬ ਕਿਰਪਾ ਕਰਦੇ ਨੇ ਸਾਡੇ ਉੱਤੇ। ਜੇਤੇ ਯਤਨ ਕਰਤ ਤੇ ਡੂਬੇ, ਭਵ ਸਾਗਰ ਨਹੀਂ ਤਾਰਿਓ ਰੇ। ਹੁਣ ਸੁਣਿਓ ਤੁਸੀਂ ਇਹ ਗੱਲ ਧਿਆਨ ਨਾਲ। ਕੋਈ ਬੰਦਾ ਸਾਰੀ ਦਿਨ ਸਾਰੀ ਜ਼ਿੰਦਗੀ ਮੜੀਆਂ ਮਸਾਣੀਆਂ ਦੀ ਪੂਜਾ ਕਰਦਾ ਮਰ ਗਿਆ। ਕੋਈ ਗੋਗੇ ਭੈਰੋਂ ਦੀ, ਕੋਈ ਲੱਕੜ ਦੀਆਂ ਪੱਥਰ ਦੀਆਂ ਮੂਰਤਾਂ ਦੀ ਉਹਨਾਂ ਨੂੰ ਪ੍ਰਸਾਦ ਚੜਾਉਣਾ, ਕੋਈ ਲੱਡੂ ਚੜਾਉਂਦਾ, ਕੋਈ ਗੁਲਗੁਲੇ ਮੱਠੀਆਂ, ਕੋਈ ਚੂਰਮਾ, ਕੋਈ ਕੁਛ ਚੜਾਉਂਦਾ ਨਾ। ਹੁਣ ਮੇਰੇ ਸਤਿਗੁਰੂ ਕਹਿੰਦੇ ਨੇ, ਜੇਤੇ ਯਤਨ ਕਰਤ ਤੇ ਡੁੱਬੇ, ਰੱਬ ਨੂੰ ਛੱਡ ਕੇ ਜਿੰਨੇ ਯਤਨ ਕਰੇ ਉਹ ਸਾਰੇ ਡੁੱਬ ਗਏ। ਕਹਿੰਦੇ ਇਹ ਕਬੀਰ ਡੁੱਬੋਗੇ ਰੇ ਬਾਪਰੇ ਬਹੁ ਲੋਗਣ ਕੀ ਕਾਨ, ਡੁੱਬ ਗਏ ਨਾ। ਜੇਤੇ ਯਤਨ ਕਰਤ ਤੇ ਡੁੱਬੇ, ਭਵ ਸਾਗਰ ਨਹੀਂ ਤਰਿਓ ਰੇ। ਆਹ ਸੰਸਾਰ ਸਾਗਰ ਤੋਂ ਨਹੀਂ ਤਰਿਆ ਕੋਈ ਜਿਹੜਾ ਰੱਬ ਨੂੰ ਛੱਡ ਕੇ ਹੋਰਾਂ ਦੀ ਪੂਜਾ ਕਰਦਾ ਹੈ। ਕਰਮ ਧਰਮ ਕਰਤੇ ਬਹੁ ਸੰਜਮ, ਅਹੰ ਬੁੱਧ ਮਨ ਜਾਰਿਓ ਰੇ। ਕਹਿੰਦੇ ਨੇ ਬਹੁਤੇ ਖਾਣ ਪੀਣ ਦੀ ਤਰਫੋਂ ਸੰਜਮ ਰੱਖਦਾ, ਕੋਈ ਇੰਦਰੀਆਂ ਦਾ ਦਮਨ ਕਰਕੇ ਸੰਜਮ ਰੱਖਦਾ ਹੈ, ਕੋਈ ਆਪਣੇ ਖਰਚੇ ਤੋਂ ਸੰਜਮ ਰੱਖਦਾ ਹੈ, ਕੋਈ ਸਾਧ ਸੰਗਤ ਜੋ ਕੁਛ ਕਰਦਾ, ਕੋਈ ਕੁਛ ਕਰਦਾ, ਕੋਈ ਕਰਮ ਧਰਮ ਕਰਦਾ। ਕਰਮ ਧਰਮ ਅਸੀਂ ਬਹੁਤ ਕਰਦੇ ਹਾਂ ਨਾ, ਕਰਮ ਕਾਂਡ। ਸਾਧ ਸੰਗਤ ਜੀ ਇਹ ਜੀਵ ਇਹਨਾਂ ਗੱਲਾਂ ਦੇ ਨਾਲ ਸਾਧ ਸੰਗਤ ਜੀ ਮਨ ਨੂੰ ਸਾੜਨਾ ਕੀਤਾ, ਬੁੱਧੀ ਦੇ ਵਿੱਚ ਹੰਕਾਰ ਆਇਆ, ਦਾ ਭਲਾ ਨਹੀਂ ਹੋਇਆ ਸਾਰੀ ਜ਼ਿੰਦਗੀ ਕੋਈ। ਸਾਸ ਗਰਾਸ ਕੋ ਦਾਤੋ ਠਾਕੁਰ, ਸੋ ਕਿਉ ਮਨਹੁ ਵਿਸਾਰਿਓ ਰੇ। ਕਰਮ ਕਾਂਡ ਕਰਦਾ ਫਿਰਦਾ ਰਿਹਾ,
ਤੇ ਹੋਰ ਇੱਧਰਲੇ ਉੱਧਰਲੇ ਬਹੁਤ ਤੈਂ ਪੂਜਾ ਪਾਠ ਬੜਾ ਕੁਛ ਕੀਤਾ, ਪਰ ਤੂੰ ਕੀ ਕਰਨਾ ਸੀ? ਸਾਸ ਗਰਾਸ ਕੋ ਦਾਤਾ ਠਾਕਰ ਸੋ ਕਿਉ ਮਨੋਂ ਵਿਸਾਰੇ। ਜਿਹੜਾ ਵਾਹਿਗੁਰੂ ਹੈ ਨਾ, ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ, ਮਹਾਰਾਜ ਕਹਿੰਦੇ ਇਹਨੂੰ ਮਨੋਂ ਵਿਸਾਰਤਾ ਤੈਂ, ਇਹਨੂੰ ਛੱਡ ਦਿੱਤਾ, ਮਨੋਂ ਵਿਸਾਰ ਦਿੱਤਾ, ਫਿਰ ਕਿਵੇਂ ਤਰੇਂਗਾ? ਸਵਾਸ ਅੰਦਰ ਜਾਂਦਾ ਵਾਹੇ, ਬਾਹਰ ਆਉਂਦਾ ਗੁਰੂ ਵਾਹੇ ਗੁਰੂ ਵਾਹੇ ਗੁਰੂ, ਆਖੋ ਸਾਰੇ ਵਾਹੇ ਗੁਰੂ ਵਾਹੇ ਗੁਰੂ ਵਾਹੇ। ਗੁਰੂ ਇਹ ਸਾਸ ਗਰਾਸ ਉਹ ਠਾਕਰ ਨੂੰ ਯਾਦ ਕਰਨਾ, ਆਉਂਦਾ ਜਾਂਦਾ ਬੈਠਦਾ ਉੱਠਦਾ ਸੌਂਦਾ ਖਾਂਦਾ ਪੀਂਦਾ ਕੰਮ ਧੰਦੇ ਜਣੀ ਤੂੰ ਜੋ ਕੁਝ ਵੀ ਕਰਦਾ ਇਹ ਪਿਆਰੇ ਨੂੰ ਨਾ ਵਿਸਰਿਆ ਕਰ, ਭੁੱਲਿਆ ਨਾ ਕਰ। ਹੀਰਾ ਲਾਲ ਅਮੋਲ ਜਨਮ ਹੈ, ਕੌਡੀ ਬਦਲੇ ਹਾਰਿਓ ਰੇ। ਕਿਸੇ ਨੂੰ ਹੀਰੇ ਥਿਆ ਜਾਣ ਨਾ, ਹੀਰੇ ਸਾਧ ਸੰਗਤ ਜੋ ਹੀਰੇ ਕਹਿੰਦੇ, ਇੱਕ ਕੋਈ ਜ਼ਿਮੀਂਦਾਰ ਸੀਗਾ, ਉਹਦਾ ਖੇਤ ਸੀ ਬਾਜਰਾ ਬੀਜਿਆ ਹੋਇਆ, ਪਰ ਉਹ ਖੇਤ ਨਦੀ ਦੇ ਨਾਲ ਦੀ ਲੰਘਦਾ ਸੀ, ਕੋਲ ਦੀ ਨਦੀ ਜਾਂਦੀ ਸੀ ਪਾਣੀ ਦੀ। ਇੱਕ ਦਿਨ ਕਿਤੇ ਉਹ ਆਪਣੀ ਜ਼ਮੀਨ ਨੂੰ ਪੱਟੀ ਜਾਂਦਾ ਸੀ, ਪੱਟਦਿਆਂ ਪੱਟਦਿਆਂ ਕੋਈ ਛੋਟੀ ਜਿਹੀ ਮੱਘੀ ਹੀਰਿਆਂ ਦੀ ਭਰੀ ਮਿਲ ਗਈ ਉਹਨੂੰ, ਹੀਰੇ ਮਿਲ ਗਏ, ਹੀਰੇ ਮਿਲ ਗਏ। ਉਹ ਚੱਕ ਕੇ ਉਹਨੇ ਸਮਝਿਆ ਵੀ ਵਧੀਆ, ਉਹ ਜਦੋਂ ਚੱਕ ਕੇ ਲੈ ਗਿਆ ਨਾ, ਬਨੇ ਤੇ ਚੜ੍ਹ ਗਿਆ, ਬਨੇ ਤੇ ਚੜ੍ਹ ਗਿਆ, ਗੋਪੀਏ 'ਚ ਪਾਇਆ ਕਰੇ ਮਾਰਿਆ ਕਰੇ, ਚਿੜੀਆਂ ਜਾਨਵਰ ਤੋਤੇ ਬਹਿੰਦੇ ਸੀ ਆ ਕੇ ਬਾਜਰੇ 'ਤੇ, ਉਡਾਇਆ ਕਰੇ ਗੋਪੀਏ ਵਿੱਚ ਪਾ ਪਾ ਕੇ। ਜਦੋਂ 5-7 ਕੁ ਰਹਿ ਗਏ ਨਾ, ਕੋਈ ਸਿਆਣਾ ਸਾਧੂ ਆ ਗਿਆ, ਉਹ ਕਹਿੰਦਾ ਵੀ ਤੇਰੇ ਕੋਲ ਕੋਈ ਛਕਣ ਨੂੰ ਹੈ? ਛਕਣ ਨੂੰ? ਬਹਿ ਜਾ ਬਾਬਾ। ਆਹ ਕੀ ਹੈ? ਕਹਿੰਦਾ 1 ਮਿੰਟ ਮੈਨੂੰ ਦਿਖਾ। ਕਹਿੰਦਾ ਜੀ ਇਹ ਤਾਂ ਪਤਾ ਨਹੀਂ ਮੈਨੂੰ, ਇੱਥੇ ਇੱਕ ਮੱਘੀ ਥੋੜ੍ਹਾ ਜਿਹਾ ਘੜਾ 'ਤੇ ਆਇਆ ਸੀ, ਮਟਕੀ ਜੀ, ਉਹ ਭਰਿਆ ਹੋਇਆ ਸੀ। ਉਹ ਕਹਿੰਦੇ ਕਮਲਿਆ ਲੋਕਾਂ ਫਿਰ ਇਹ ਕਿੱਧਰ ਗਏ? ਕਹਿੰਦਾ ਜੀ ਇਹ ਤਾਂ ਮੈਂ ਗੋਪੀਏ 'ਚ ਪਾ ਪਾ ਕੇ ਚਲਾ ਤੇ। ਕਹਿੰਦੇ ਭਾਲ ਕੇ ਲਿਆ ਇਹਨਾਂ ਨੂੰ, ਇਹ ਤਾਂ ਬੜੀ ਕੀਮਤੀ ਚੀਜ਼ ਹੈ। ਕਹਿੰਦਾ ਜੀ ਉਹ ਤਾਂ ਨਦੀ 'ਚ ਰੁੜ ਗਏ ਸਾਰੇ। ਕਹਿੰਦੇ ਇਹ ਤਾਂ ਹੀਰਾ ਹੈ, ਇੱਕ ਇੱਕ ਹੀਰੇ ਦੀ ਕਰੋੜਾਂ ਰੁਪਈਆ ਕੀਮਤ ਹੈ। ਮੱਥੇ 'ਤੇ ਹੱਥ ਧਰ ਲਿਆ, ਕਹਿੰਦਾ ਮਨਾ ਤੂੰ ਸਾਰੇ ਆ ਕਰੋੜਾਂ ਦੇ ਹੀਰੇ ਗੋਪੀਏ 'ਚ ਪਾ ਪਾ ਕੇ ਨਦੀ 'ਚ ਰੋੜ ਤੇ, ਇਹਨਾਂ ਦੀ ਤੈਨੂੰ ਕਦਰ ਨਹੀਂ ਆਈ। ਇਹ ਤਾਂ ਕਿਤੇ ਸਾਧੂ ਨੇ ਆ ਕੇ ਦੱਸਤਾ। ਆ ਜਿਹੜਾ ਤੇਰਾ ਇੱਕ ਇੱਕ ਸਵਾਸ ਜਾਂਦਾ ਰੋਜ਼, ਇਹ ਸਾਧੂ ਦੀ ਸੰਗਤ ਤੋਂ, ਗੁਰੂ ਦੀ ਸੰਗਤ ਤੋਂ ਬਿਨਾਂ, ਚੰਗੇ ਕਰਮ ਤੋਂ ਬਿਨਾਂ ਇਹ ਨਦੀ 'ਚ ਰੁੜੇ ਜਾ ਰਹੇ ਨੇ ਹੀਰੇ। ਨਦੀ 'ਚ ਹੀਰਾ ਲਾਲ ਅਮੋਲ ਜਨਮ ਹੈ, ਕੌਡੀ ਬਦਲੇ ਹਾਰਿਓ ਰੇ। ਨਿਤਾ ਪ੍ਰਤੀ ਇਹ ਜੀਵਨ ਬੰਦਾ ਹਾਰ ਕੇ ਇਥੋਂ, ਕਹੋ ਕਬੀਰ ਕੁਛ ਗੁਨਹ ਵਿਚਾਰ, ਚੱਲੇ ਜੁਹਾਰੀ ਦੋਏ ਹੱਥ ਝਾੜ, ਦੋਨੇ ਹੱਥ ਝਾੜ ਕੇ ਜੂਏ ਦੀ ਬਾਜੀ ਹਾਰ ਕੇ ਇਸ ਸੰਸਾਰ ਤੋਂ ਚਲਿਆ ਜਾਂਦਾ ਹੈ। ਹੀਰੇ ਜੈਸਾ ਜਨਮ ਹੈ, ਕੌਡੀ ਬਦਲ ਜਾਏ। ਕੌਡੀਆਂ ਦੇ ਬਦਲੇ ਤੇਰਾ ਇੱਕ ਇੱਕ ਸਵਾਸ ਇੰਨਾ ਬੜਮੁੱਲਾ ਜਨਮ ਜਾ ਰਿਹਾ ਹੈ ਜੀ। ਰਹਾਉ ਵਿਸਰਾਮ ਦੇ ਕੇ ਸਤਿਗੁਰੂ ਫਰਮਾਨ ਕਰਦੇ ਨੇ, ਵਿਸਨਾ ਤ੍ਰਿਖਾ ਭੂਖ ਭ੍ਰਮ ਲਾਗੀ, ਹਿਰਦੈ ਨਾਹੀ ਵਿਚਾਰਿਓ ਰੇ। ਹੁਣ ਤੂੰ ਕਦੇ ਹਿਰਦੇ ਦੇ ਵਿੱਚ ਨਾ ਆਪਣਾ ਫਿਕਰ ਨਹੀਂ ਕੀਤਾ ਕਿ ਮੈਂ ਨਾਮ ਜਪਾਂ, ਮੈਂ ਚੰਗਾ ਕੰਮ ਕਰਾਂ, ਮੈਂ ਚੰਗੀ ਸੰਗਤ ਕਰਾਂ। ਤੇਰੇ ਹਿਰਦੇ 'ਚ ਕੀ ਚੱਲਦਾ ਰਿਹਾ? ਤ੍ਰਿਸ਼ਨਾ। ਅੱਜ ਲੱਖ ਰੁਪਈਆ ਕਮਾਇਆ ਤੇ ਅੱਜ ਆਥਣ ਨੂੰ ਇਹਦਾ 1.5 ਲੱਖ ਬਣਾਉਣਾ, ਕਿਵੇਂ ਬਣਾਵਾਂ? ਇੱਕ ਹੋ ਗਿਆ। ਇੰਨੀ ਜ਼ਮੀਨ ਜਾਇਦਾਦ ਹੈ, ਇਹਨੂੰ ਹੋਰ ਵਧਾਉਣ ਦੀ ਕੋਸ਼ਿਸ਼ ਕਰੀਏ, ਇਹ ਆ ਗਿਆ। ਇਹ ਤ੍ਰਿਸ਼ਨਾ ਦੀ ਭੁੱਖ ਹੈ। ਜਿਵੇਂ ਲੱਕੜਾਂ ਪਾਈਆਂ ਤੋਂ ਅੱਗ ਦੀ ਭੁੱਖ ਨਹੀਂ ਮਿਟਦੀ, ਇਸੇ ਤਰ੍ਹਾਂ ਜਿਉਂ ਪਾਵਕ ਈਂਧਨ ਨਹੀਂ ਧਰਾਪ ਹੈ। ਪਾਵਕ ਹੁੰਦੀ ਹੈ ਅੱਗ, ਈਂਧਨ ਹੁੰਦਾ ਸੁੱਕੀ ਲੱਕੜ। ਸੁੱਕੀ ਲੱਕੜ ਨਾਲ ਕਦੇ ਅੱਗ ਦੀ ਭੁੱਖ ਨਹੀਂ ਬੁਝਦੀ, ਤੇਰੀ ਭੁੱਖ ਵੀ ਨਹੀਂ। ਇੱਕ ਤੇਰੇ ਅੰਦਰ ਭਰਮ ਹੈ। ਲੈ ਰੱਬ ਕਿਹਨੇ ਦੇਖਿਆ, ਗੁਰੂ ਕਿਹਨੇ ਦੇਖਿਆ? ਗੁਰਦੁਆਰੇ ਜਾਂਦੇ ਹਾਂ, ਕੋਈ ਆਨੰਦ ਤਾਂ ਆਇਆ ਨਹੀਂ। ਇਹ ਅੰਦਰ ਭਰਮ ਹੈ, ਅੰਦਰ ਸਾਧ ਸੰਗਤ। ਹਿਰਦੇ ਨਾਹੇ ਵਿੱਚ ਕਦੇ ਹਿਰਦੇ ਦੇ ਵਿੱਚ ਹਿਰਦੇ ਨਾਹੇ ਵਿਚਾਰਿਓ, ਵਿਚਾਰ ਨਹੀਂ ਕੀਤੀ ਸਤਪੁਰਸ਼ਾਂ ਦੇ ਕੋਲੇ ਜਾ ਕੇ। ਕਿਸੇ ਸਾਧੂ ਕੋਲੇ ਬੰਦਗੀ ਵਾਲੇ ਘੱਟ ਮਿਲਦੇ ਨੇ, ਮਿਲਦਾ ਹੀ ਨਹੀਂ ਹੁਣ ਤਾਂ ਕੋਈ। ਹੁਣ ਤਾਂ ਕੋਈ ਸਾਧੂ ਬਹੁਤ ਘੱਟ ਮਿਲਦੇ ਨੇ ਸਾਧ ਸੰਗਤ ਜੀ। ਜਿਹੜੇ ਹੈ ਉਹ ਮਿਲਦੇ ਨਹੀਂ। ਉਹ ਕਹਿੰਦੇ ਅਸੀਂ ਕੀ ਕਲਯੁਗੀ ਲੋਕਾਂ ਤੋਂ ਲੈਣਾ, ਮਰੀ ਜਾਣ ਦੇ, ਮੱਥਾ ਜਾਣ ਦੇ ਨਰਕਾਂ ਨੂੰ।
ਸਾਧੂ ਨੂੰ ਆਪਣੇ ਤੱਕ ਕੀ ਮਤਲਬ ਹੈ ਸਾਧ ਸੰਗਤ। ਚਲੋ ਜੀ, ਹੁਣ ਹਿਰਦੇ ਵਿਚਾਰਨ ਵਾਸਤੇ ਮਹਾਤਮਾ ਦੀ ਸੰਗਤ ਦੀ, ਗੁਰਸਿੱਖਾਂ ਦੀ ਸੰਗਤ ਦੀ ਲੋੜ ਹੈ। ਜਿਹੜੇ ਹਿਰਦੇ ਦੇ ਵਿੱਚ ਤ੍ਰਿਸ਼ਨਾ, ਭੁੱਖ, ਭਰਮ ਸੀਗੇ, ਉਸ ਹਿਰਦੇ ਵਿੱਚ ਨਾਮ ਦਾ ਟਿਕਾ ਕਿਵੇਂ ਹੋਵੇਗਾ? ਇਹ ਕਦੀ ਤੇ ਸੱਜਣਾ ਵਿਚਾਰ ਨਹੀਂ ਕੀਤੀ ਬੈਠ ਕੇ ਸਿਆਣੇ ਲੋਕਾਂ ਨਾਲ। ਉਨ ਮਤ ਮਾਨ ਹਿਰਿਓ ਮਨ ਮਾਹੀ, ਗੁਰ ਕਾ ਸ਼ਬਦ ਨ ਧਾਰਿਓ ਰੇ। ਗੁਰ ਕਾ ਸ਼ਬਦ ਨਾ ਧਾਰਿਓ। ਭਾਈ ਤੂੰ ਮਨ ਵਿੱਚ ਗੁਰੂ ਦੇ ਉਪਦੇਸ਼ ਨੂੰ ਨਹੀਂ ਧਾਰਨਾ ਕੀਤਾ, ਇਸ ਲਈ ਹੰਕਾਰ 'ਚ ਹੀ ਫਿਰਦਾ ਰਿਹਾ, ਮਸਤੀ ਵਿੱਚ ਹੀ। ਉਨਮੱਤ, ਮਸਤੀ ਦੇ ਵਿੱਚ ਹੀ, ਸਾਧ ਸੰਗ ਮਸਤੀ ਨੇ ਤੇਰੇ ਸਭ ਗੁਣਾਂ ਦੀ ਸੀ ਜਿਹੜੀ ਸਾਧ ਸੰਗ ਜੋ ਖਾਣ ਤੇਰੇ ਕੋਲੇ ਸੀ ਨਾ, ਮਹਾਰਾਜ ਕਹਿੰਦੇ ਉਹਦਾ ਨਾਸ ਕਰਤਾ ਸਭ ਗੁਣਾਂ ਦਾ। ਉਨਮੱਤ ਮਾਨ ਹਿਰਿਓ ਮਨ ਮਾਹੀ, ਗੁਰ ਕਾ ਸ਼ਬਦ ਨਾ ਧਾਰਿਓ ਰੇ। ਮਸਤੀ ਨੇ ਤੇਰੇ ਸਭ ਗੁਣਾਂ ਦੇ ਪੰਜਾਂ ਨੂੰ ਹਿਰਿਆ, ਅੰਦਰੋਂ ਚਰਾ ਲਿਆ, ਤੇਰੇ ਸਭ ਗੁਣ ਚਰਾ ਲਏ। ਕਿਉਂਕਿ ਖੇਮਾ, ਧੀਰਜ, ਵਿਵੇਕ, ਨਿਮਰਤਾ ਔਰ ਸਹਿਣਸ਼ੀਲਤਾ, ਪ੍ਰੇਮ, ਇਹ ਤਾਂ ਨਿਕਲ ਗਏ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਝੂਠ, ਨਿੰਦਾ, ਆਲਸ, ਈਰਖਾ, ਦਵੈਸ਼, ਇਹ ਆ ਗਏ। ਤੇਰਾ ਬੇੜਾ ਗਰਕ ਕਰਤਾ ਇਹਨਾਂ ਨੇ। ਕਹਿੰਦੇ ਨਾ ਤੂੰ ਗੁਰੂ ਦੇ ਸ਼ਬਦ ਨੂੰ ਧਾਰਨ ਦੀ, ਤੇ ਫਿਰ ਜਦੋਂ ਇਹ ਆ ਗਏ, ਤੇਰੇ ਦੁਸ਼ਮਣ ਆ ਗਏ ਅੰਦਰ, ਫਿਰ ਤੇਰਾ ਨੁਕਸਾਨ ਕੀ ਕੀਤਾ ਇਹਨਾਂ ਨੇ? ਸੁਣ ਧਿਆਨ ਨਾਲ। ਸਵਾਦ ਲੁਭਤ ਇੰਦਰੀ ਰਸ ਪ੍ਰੇਰਿਓ, ਮਦ ਰਸ ਲੈਤ ਬਿਕਾਰਿਓ ਰੇ। ਆਹ ਸੁਣੋ ਧਿਆਨ ਨਾਲ, ਬੜੀ ਡੂੰਘੀ ਗੱਲ ਹੈ। ਮਹਾਰਾਜ ਕਹਿੰਦੇ ਨੇ, ਕਬੀਰ ਸਾਹਿਬ ਦੇ ਬਚਨ ਨੇ, ਸਵਾਦ ਲੁਭਤ ਇੰਦਰੀ ਰਸ ਪ੍ਰੇਰਿਓ। ਕਹਿੰਦੇ ਤੈਨੂੰ ਰੱਬ ਦਾ ਸਵਾਦ ਤਾਂ ਆਇਆ ਨਹੀਂ, ਪਰਮਾਤਮਾ ਦੇ ਨਾਮ ਦਾ ਰਸ ਤਾਂ ਆਇਆ ਨਹੀਂ, ਤੈਨੂੰ ਅੱਖਾਂ ਦਾ ਰਸ ਆ ਗਿਆ। ਤੂੰ ਪਰਾਏ ਵੇਖਦਾ ਹੈ, ਆਪਣੀ ਧੀ ਬੱਚੀ ਨੂੰ ਕਿਸੇ ਹੋਰ ਨਜ਼ਰੀਏ ਨਾਲ ਵੇਖਦਾ, ਦੂਸਰੇ ਦੀ ਨੂੰ ਹੋਰ ਨਜ਼ਰ ਨਾਲ ਵੇਖਦਾ। ਇਹ ਅੱਖਾਂ ਦਾ ਰਸ ਆ ਗਿਆ ਨਾ। ਕੋਈ ਕਿਸੇ ਨੇ ਵਸਤੂ ਲਿਆਂਦੀ, ਕਿਸੇ ਨੇ ਸੁੰਦਰ ਮਕਾਨ ਬਣਾਇਆ, ਕੋਈ ਬਹੁਤ ਸੋਹਣੀ ਗੱਡੀ ਲੈ ਕੇ ਆਇਆ, ਤੇਰਾ ਮਨ ਉਹਦੇ 'ਤੇ ਬੜਾ ਬੇਈਮਾਨ ਹੋਇਆ। ਤੇ ਸਾਧ ਸੰਗਤ ਜੋ ਇਹ ਅੱਖਾਂ ਦਾ ਨਾ ਰਸ ਗਲਤ ਪਾਸੇ ਚਲਿਆ ਗਿਆ। ਇਹ ਨੇਤਰੋ ਮੇਰਿਓ ਹਰ ਤੋਂ ਮੈਂ ਜੋ ਤਰੀ ਹਰ ਬਿਨਾ ਵਰਨਾ ਦੇਖੋ ਕੋਈ। ਤੂੰ ਦੇਖਣਾ ਸੀ ਉਹ ਹਰ ਕਾ ਰੂਪ ਹੈ, ਰੂਪ ਨਜ਼ਰ ਨਹੀਂ ਆਇਆ। ਤੇ ਫਿਰ ਕੰਨ ਗੰਦੇ ਗੀਤ ਸੁਣਦੇ ਨੇ, ਚੁਗਲੀ ਸੁਣਦੇ ਨੇ, ਕੌੜਾ ਬੋਲਣਾ ਸੁਣਦੇ ਨੇ, ਝੂਠ ਸੁਣਦੇ ਨੇ, ਕਿਸੇ ਦੀ ਨਖੇਦੀ ਸੁਣਦੇ ਨੇ। ਇਹ ਹੋ ਗਿਆ ਨਾ ਸਾਧ ਸੰਗਤ ਜੀ। ਤੇ ਕਰਮ ਇੰਦਰੇ, ਗਿਆਨ ਇੰਦਰੇ, ਜੀਭਾ ਰਸਾਂ ਵਿੱਚ, ਕੌੜਾ ਬੋਲਣ ਵਿੱਚ, ਸਾਰੀਆਂ ਇੰਦਰੀਆਂ ਤੇਰੀਆਂ ਕਾਮ ਰਸ ਵਿੱਚ ਭਿੱਜ ਕੇ ਮਨ ਦਾ ਪ੍ਰੇਰਿਆ ਹੋਇਆ ਤੂੰ ਇਹ ਲੋਭਤ। ਮਹਾਰਾਜ ਕਹਿੰਦੇ ਇਹ ਰਸਾਂ ਵਿੱਚ ਲੁਭਾਏਮਾਨ ਹੋਇਆ ਪਿਆ। ਮਦ ਰਸ ਲੈਤ ਬਿਕਾਰਿਓ ਰੇ। ਮਦ ਰਸ ਕਹਿੰਦੇ ਨੇ ਸਾਧ ਸੰਗਤ ਜੀ, ਮਦ ਸ਼ਰਾਬ ਦਾ ਰਸ ਹੈ ਜੀ। ਤੇ ਕੰਨਾਂ 'ਚ ਗੰਦੇ ਗੀਤ ਸੁਣਨ ਦਾ, ਨਿੰਦਿਆ ਸੁਣਨ ਦਾ ਰਸ, ਜੀਭਾਂ ਨਾਲ ਝੂਠ ਬੋਲਣ ਦਾ ਰਸ, ਕੌੜਾ ਬੋਲਣ ਦਾ ਰਸ, ਤੇ ਛਕੜ ਛਕਾਉਣ ਦੇ ਰਸ। ਇਹਨਾਂ ਰਸਾਂ ਵਿੱਚ ਤੇਰੀ ਮਹਾਰਾਜ ਕਹਿੰਦੇ ਜ਼ਿੰਦਗੀ ਬਰਬਾਦ ਹੋ ਗਈ। ਤੈਨੂੰ ਰਾਮ ਰਸ ਪੀਆ ਰੇ, ਰਾਮ ਰਸ ਪੀਆ ਰੇ। ਤਾਂ ਹੀ ਕਹਿੰਦੇ ਵਿਖੇ ਬਣ ਫੀਕੇ ਤਿਆਗ ਰੀ ਸਖੀਏ, ਨਾਮ ਮਹਾਰਸ ਪੀਓ। ਬਿਨ ਰਸ ਚਾਖੇ ਬੁੱਢ ਗਈ ਸਗਲੀ, ਸੁਖੀ ਨਾ ਹੋਵਤ ਜੀਓ। ਤੇਰਾ ਜੀਵਨ ਰੱਬ ਦਾ ਰਸ ਲਏ ਬਿਨਾ ਨਹੀਂ ਸੁਖੀ ਰਹਿਣਾ। ਪਰਮਾਤਮਾ ਦੇ ਨਾਮ ਦਾ ਰਸ ਲਿਆ ਕਰ, ਕਦੇ ਚੌਂਕੜਾ ਮਾਰ ਕੇ ਨਾ। ਜਦੋਂ ਇਹ ਰਸ ਆਉਣ ਲੱਗਿਆ, ਉਹ ਰਸ ਚੰਗੇ ਨਹੀਂ ਲੱਗਣੇ। ਕਿਹੜਾ? ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ। ਇਹ ਇੰਦਰੀਆਂ ਦਾ ਰਸ ਤੈਨੂੰ ਮੱਲੋ ਮੱਲੀ। ਕਈ ਵਾਰੀ ਇੰਦਰੀਆਂ ਦਾ ਰਸ ਐਸਾ ਹੁੰਦਾ ਹੈ, ਜੀਭਾ ਦਾ ਰਸ ਇਹਨੂੰ ਮਾਸ ਮਿੱਟੀ ਖਾਣ ਦਾ, ਸ਼ਰਾਬ ਪੀਣ ਦਾ, ਤੇ ਸੰਗਤ 'ਚੋਂ ਉਠਾ ਕੇ ਲੈ ਜੂ। ਕਿਸੇ ਬੇਸ਼ਵਾ ਦਾ ਰਸ ਕਾਮ ਨੇ ਸਤਾਇਆ, ਇੰਦਰੀਆਂ ਦੇ ਰਸ ਨੂੰ ਭੋਗਣ ਵਾਸਤੇ ਸਤਸੰਗ ਦੇ ਵਿੱਚ ਉੱਠ ਕੇ ਜਾਊ, ਟਾਈਮ 'ਚੋਂ ਟਾਈਮ ਕੱਢ ਕੇ ਜਾਊ। ਸਵਾਦ ਲੁਭਤ ਇੰਦਰੀ ਰਸ ਪ੍ਰੇਰਿਓ, ਮਦ ਰਸ ਲੈਤ ਬਿਕਾਰਿਓ ਰੇ। ਇਹ ਮਹਾਰਾਜ ਕਹਿੰਦੇ ਨੇ ਵਿਕਾਰਾਂ ਦੀ ਉਤਪਤੀ ਕਰਨ ਵਾਲੇ ਮਦ ਰਸ, ਜਿਹੜੇ ਸ਼ਰਾਬ ਵਰਗੇ ਰਸ ਨੇ, ਉਹਨਾਂ ਦੇ ਵਿੱਚ ਤੂੰ ਗਰਸਿਆ ਗਿਆ। ਕਰਮ ਭਾਗ ਸੰਤਨ ਸੰਗਾਨੇ, ਕਾਸ਼ਟ ਲੋਹ ਉਧਾਰਿਓ ਰੇ। ਜੇ ਭਾਈ ਤੇਰਾ ਕੋਈ ਕਰਮ ਚੰਗਾ ਹੋਵੇ, ਰੱਬ ਤੈਨੂੰ ਗੁਰਦੁਆਰੇ ਲੈ ਆਵੇ, ਜਾਂ ਕਿਤੇ ਵੀ ਸਤਸੰਗ ਵਿੱਚ ਲੈ ਜੇ ਰੱਬ ਤੈਨੂੰ। ਜਦੋਂ ਸਤਸੰਗ ਵੱਲ ਤੇਰਾ ਮਨ ਪ੍ਰੇਰਿਆ ਗਿਆ ਨਾ, ਤੂੰ ਕਹਿ ਵੀ ਸ਼ੁਕਰ ਹੈ ਦਾਤਾ, ਮੇਰੇ ਮਾਲਕਾ ਤੇਰਾ ਬਹੁਤ ਸ਼ੁਕਰ ਹੈ, ਤੂੰ ਮੇਰੇ 'ਤੇ ਕਿਰਪਾ ਕੀਤੀ।
ਮੈਂ ਤਾਂ ਪਾਪੀ ਹੋਰ ਪਾਸੇ ਜਾਂਦਾ ਸੀ, ਪਰ ਤੂੰ ਮੈਨੂੰ ਸੰਗਤ ਵਿੱਚ ਲਿਆਇਆ। ਕਰਮ ਭਾਗ ਸੰਤਨ ਸਗਾਨੇ, ਕਰਮਾਂ ਦੇ ਹਿੱਸੇ ਕਰਕੇ ਸੰਤਾਂ ਦੀ ਸੰਗਤ ਹੋ ਗਈ, ਸਾਧੂਆਂ ਦੀ ਸੰਗਤ ਮਿਲ ਗਈ। ਫਿਰ ਕਿਵੇਂ ਤਰ ਗਿਆ ਤੂੰ? ਕਾਸਟ ਲੋਹ ਉਧਾਰਿਓ ਰੇ, ਜਿਵੇਂ ਕਾਠ ਵਿੱਚ ਲੋਹਾ ਕੱਲਾ ਤਿਲ ਦਿਨ ਨਾ ਸਿੱਟ ਦਿਓ, ਪਾਣੀ 'ਚ ਡੁੱਬ ਜੂਗਾ ਨਾਲ ਦੀ ਨਾਲ। ਤੇ ਸਾਧ ਸੰਗ ਬੇੜੀ ਹੋਵੇ ਲੱਕੜ ਦੀ, ਵਿੱਚ ਲੋਹਾ ਜਿੰਨਾ ਮਰਜ਼ੀ ਲਾ ਦਿਓ, ਆਲੇ ਦੁਆਲੇ ਲਾ ਦਿਓ, ਪਰ ਉਹ ਲੋਹੇ ਨੂੰ ਵੀ ਤਾਰ ਕੇ ਲੈ ਜੂਗੀ ਬੇੜੀ। ਤੇਰਾ ਲੋਹੇ ਵਰਗਾ ਸਾਧ ਸੰਗ ਜੀ ਐਡਾ ਕਰੜਾ ਜੀਵਨ, ਤੇ ਮੇਰੇ ਪ੍ਰੀਤਮ ਦੀ ਲੱਕੜ ਦੀ ਨਾਮ ਦੀ ਬੇੜੀ ਵਿੱਚ ਚੜ੍ਹ ਕੇ ਤਰ ਜਾਵੇਗਾ। ਧਾਵਤ ਜੋਨ ਜਨਮ ਭ੍ਰਮ ਥਾਕੇ, ਅਬ ਦੁਖ ਕਰ ਹਮ ਹਾਰਿਓ ਰੇ। ਹੁਣ ਸੱਚੇ ਪਾਤਸ਼ਾਹ ਦੇ ਅੱਗੇ ਕਬੀਰ ਸਾਹਿਬ ਕਹਿੰਦੇ ਇਉਂ ਬੇਨਤੀ ਕਰ ਲਿਆ ਕਰ, ਮੇਰੇ ਮਾਲਕਾ ਮੈਂ ਤਾਂ ਆਪਣੇ ਯਤਨ ਕਰਕੇ ਥੱਕ ਗਿਆ, ਮੈਂ ਤਾਂ ਹਾਰ ਗਿਆ, ਮੇਰੀ ਨਹੀਂ ਹੈ ਕੋਈ ਹੁਣ ਇੱਥੇ ਬਹੁਤੀ ਸੱਚੇ ਪਾਤਸ਼ਾਹ ਨਾ ਸਿਆਣਪ ਨਾ ਮੇਰਾ ਜ਼ੋਰ ਚੱਲੇ। ਧਾਵਤ ਜੋਨ ਜਨਮ ਭ੍ਰਮ ਥਾਕੇ, ਹੇ ਨਿਰੰਕਾਰ ਮੈਂ ਤਾਂ ਭਰਮਾਂ ਦੇ ਵਿੱਚ ਪੈ ਪੈ ਕੇ ਥੱਕ ਗਿਆ, ਕਿੰਨੀਆਂ ਜੂਨੀਆਂ ਦੇ ਵਿੱਚ ਆ ਕੇ ਥੱਕ ਗਿਆ। ਅਬ ਦੁੱਖ ਕਰ ਹਮ ਹਾਰਿਓ ਰੇ, ਦੌੜਦਾ ਦੌੜਦਾ ਹੁਣ ਦੁੱਖਾਂ ਨੂੰ ਪਾ ਪਾ ਕੇ ਥੱਕ ਗਿਆ, ਜਨਮਾਂ ਜਨਮਾਂ ਦੇ ਵਿੱਚ ਭੈੜੀਆਂ ਜੂਨਾਂ ਵਿੱਚ ਸੱਚੇ ਪਾਤਸ਼ਾਹ ਥੱਕ ਗਿਆ, ਮੇਰੇ ਤੇ ਰਹਿਮਤ ਕਰੋ, ਹੁਣ ਦਇਆ ਕਰੋ। ਕਹਿ ਕਬੀਰ ਗੁਰ ਮਿਲਤ ਮਹਾਰਸ, ਪ੍ਰੇਮ ਭਗਤ ਨਿਸਤਾਰਿਓ ਰੇ। ਕਬੀਰ ਸਾਹਿਬ ਕਹਿੰਦੇ ਜਿਨ੍ਹਾਂ ਨੇ ਗੁਰਾਂ ਨਾਲ ਮਿਲ ਕੇ ਭਾਈ ਉਸ ਨਾਮ ਰੂਪ ਮਹਾਰਾਜ ਨੂੰ ਪੀ ਕੇ ਨਾ ਪ੍ਰੇਮਾ ਭਗਤੀ ਕੀਤੀ ਹੈ, ਨਿਸਤਾਰਿਓ ਰੇ, ਉਹ ਸੰਸਾਰ ਸਮੁੰਦਰ ਤੋਂ ਤਰ ਗਿਆ। ਧਾਵਤ ਜੋਨ ਜਨਮ ਭ੍ਰਮ ਥਾਕੇ, ਅਬ ਦੁੱਖ ਕਰ ਹਮ ਹਾਰਿਓ ਰੇ। ਕਹਿ ਕਬੀਰ ਗੁਰ ਮਿਲਤ ਮਹਾਰਸ, ਪ੍ਰੇਮ ਭਗਤ ਨਿਸਤਾਰਿਓ ਰੇ। ਕਬੀਰ ਸਾਹਿਬ ਕਹਿੰਦੇ ਸਾਧੂ ਦੀ ਸੰਗਤ ਕੀਤੀ, ਸੰਗਤ ਵਿੱਚ ਆਇਆ, ਮੈਨੂੰ ਉੱਥੋਂ ਸਾਧ ਸੰਗਤ ਜੋ ਮਹਾਰਸ ਪ੍ਰੇਮ ਰਸ ਮਿਲ ਗਿਆ। ਇਸ ਪ੍ਰੇਮ ਰਸ ਨੂੰ ਪੀਤਾ ਜਦੋਂ, ਹੁਣ ਮੇਰੀ ਜਿਹੜੀ ਬਿਰਤੀ ਸੁਰਤੀ ਸੀ, ਮੇਰੇ ਭਾਵਨਾ ਸੀ, ਉਹ ਮੇਰੇ ਵਾਹਿਗੁਰੂ ਨਾਲ ਜੁੜ ਗਈਆਂ। ਹੁਣ ਮੈਂ ਦਿਨ ਰਾਤ ਉਸ ਵਾਹਿਗੁਰੂ ਦੇ ਨਾਲ ਜੁੜ ਕੇ ਜਪਦਾ ਵਾਹਿਗੁਰੂ 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 ਜਪੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਸਾਰੀ ਸੰਗਤ ਦਾ ਬਹੁਤ ਧੰਨਵਾਦ ਹੈ। ਬਹੁਤ ਡੂੰਘੇ ਸ਼ਬਦ ਕਬੀਰ ਸਾਹਿਬ ਸਾਨੂੰ ਸਮਝਾਉਂਦੇ ਨੇ, ਆ ਕੇ ਬੈਠ ਕੇ ਸਮਾਂ ਕੱਢ ਕੇ ਸੁਣਿਆ ਕਰੋ। ਇਹ ਸੱਜਣੋ ਸਾਡੀ ਜ਼ਿੰਦਗੀ ਦਾ ਪਾਰ ਨਿਸਤਾਰਾ ਹੋ ਜਾਊਗਾ। ਗੁਰੂ ਦਾ ਬਹੁਤ ਬਹੁਤ ਸ਼ੁਕਰ ਹੈ ਜਿਹਨੇ ਸਾਡੇ ਉੱਤੇ ਤਰਸ ਕਰ ਲਿਆ, ਸਾਨੂੰ ਇੱਥੇ ਬੁਲਾ ਲਿਆ ਆਪਦੇ ਚਰਨਾਂ 'ਚ। ਸਾਡੀ ਔਕਾਤ ਨਹੀਂ ਹੈ, ਸਾਡੀ ਕਰਤੂਤ ਨਹੀਂ ਹੈ, ਮਾੜੀ ਹੈ ਮਾਲਕਾ, ਤੂੰ ਆਪ ਰੱਖ ਲਈ, ਆਪਣਾ ਹੱਥ ਦੇ ਕੇ ਆਪ ਰੱਖ ਲਈ, ਤੂੰ ਰਹਿਮਤ ਕਰੀ ਸਾਡੇ ਉੱਤੇ। ਇਸ ਕਰਕੇ ਸਤਸੰਗੀਓ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ। ਮੈਂ ਰੋਜ਼ ਬੇਨਤੀ ਕਰਦਾ ਹੁੰਦਾ, ਵੱਡੇ ਹਾਲ ਦੀ ਸੇਵਾ ਚੱਲ ਰਹੀ ਹੈ ਭਾਈ, ਉਹ ਜਿਨ੍ਹਾਂ ਨੇ ਕੋਈ ਸਰੀਆ ਅਤੇ ਸੀਮੈਂਟ ਦੀ ਸੇਵਾ ਕਰਨੀ ਹੈ, ਉਹ ਸਰੀਆ ਸੀਮੈਂਟ ਸਾਥੋਂ ਥੋੜ੍ਹਾ ਜਿਹਾ ਪੁੱਛ ਕੇ ਉਸ ਹਿਸਾਬ ਨਾਲ ਲਿਆਉਣਾ ਹੁੰਦਾ, ਲਿਆ ਸਕਦਾ ਹੈ। ਅਤੇ ਦੂਸਰਾ ਭਾਈ ਜਿਨ੍ਹਾਂ ਘਰਾਂ ਦੇ ਵਿੱਚ ਵਿਹਲ ਤਾਂ ਵੈਸੇ ਮਿਲਦੀ ਨਹੀਂ, ਮਾਈ ਭਾਈ ਇੱਥੇ ਮਿਸਤਰੀਆਂ ਕੋਲ ਸੇਵਾ ਕਰਾਉਣ ਵਾਸਤੇ ਸੇਵਾ ਚੱਲਦੀ ਹੈ, ਅਤੇ ਉਹ ਆਪ ਕਿਰਪਾ ਕਰਕੇ ਆਇਆ ਕਰੋ। ਜਿਨ੍ਹਾਂ ਕੋਲ ਟਾਈਮ ਹੁੰਦਾ, 1 2 4 ਬੰਦੇ ਤਾਂ ਆ ਸਕਦੇ ਆ ਨਾ। ਮਾਈਆਂ ਨੂੰ ਵੀ ਬੇਨਤੀ ਹੈ, ਉਹ ਵੀ ਭਾਈ ਟਾਂਟਾਂ ਘੜ ਸਕਦੀਆਂ ਨੇ ਥੋੜ੍ਹਾ ਮੋਟਾ, ਜਿੰਨਾ ਕੁ ਹੋ ਸਕੇ। ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿੱਤ ਲਾਏ। ਚਿੱਤ ਲਾ ਕੇ ਜਿਹੜਾ ਕੋਈ ਕਰਦਾ ਹੈ, ਗੁਰੂ ਉਹਦੇ 'ਤੇ ਰਹਿਮਤ ਕਰਦਾ ਹੈ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਸਾਰੀ ਸੰਗਤ ਦਾ ਜਿੱਥੇ ਧੰਨਵਾਦ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਕੋਟਾਨ ਕੋਟ ਸ਼ੁਕਰਾਨਾ। ਆਓ ਸਾਰੀ ਸੰਗਤ ਨੂੰ ਗੁਰੂ ਚਰਨਾਂ ਵਿੱਚ ਜੁੜ ਕੇ ਅਰਦਾਸ ਬੇਨਤੀ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।